YouTube channel. So here I'm Sizzle. ਐਮ ਜਸ਼ਨਪ੍ਰੀਤ ਕੌਰ। ਸੋ ਜਿਹੜੀ ਸਾਡੀ ਅੱਜ ਦੀ ਵੀਡੀਓ ਆ, ਜਿੱਦਾਂ ਮੋਸਟਲੀ ਸਾਰਿਆਂ ਨੇ ਆਖਿਆ ਸੀਗਾ ਕਿ ਆਪਦੇ ਤੁਸੀਂ ਕੋਰਸ ਬਾਰੇ ਥੋੜੀ ਡਿਟੇਲ ਦਈਓ। ਸੋ ਅੱਜ ਦੀ ਵੀਡੀਓ ਸਾਰੇ ਸਾਡੇ ਕੋਰਸ ਦੀ ਡਿਟੇਲ ਬਾਰੇ ਆ। ਪਹਿਲਾਂ ਅਸੀਂ ਦੱਸ ਦਵਾਂਗੇ ਸਾਡਾ ਕੀ ਪ੍ਰੋਸੀਜਰ ਸੀਗਾ ਐਂਡ ਦੈਨ ਕਿ ਕੋਰਸ ਵਿੱਚ ਕਿੱਦਾਂ ਕਿੱਦਾਂ ਸੀਗਾ ਤੇ ਕਿੱਦਾਂ ਕਿੱਦਾਂ ਤੁਸੀਂ ਐਡਮਿਸ਼ਨ ਲੈ ਸਕਦੇ ਹੋ ਜਾਂ ਕਿੱਦਾਂ ਤੁਸੀਂ, ਠੀਕ ਹੈ, ਜੇ ਤੁਹਾਨੂੰ ਕੀ ਇਹਦੇ ਸਿਸਟਮ ਆ, ਠੀਕ ਹੈ। ਤੇ ਸਾਰੇ ਤੋਂ ਪਹਿਲਾਂ ਸਟਾਰਟ ਕਰਦੇ ਹਾਂ ਅਸੀਂ ਕਿ ਸਾਡਾ ਕਿੱਥੋਂ ਸ਼ੁਰੂ ਹੋਇਆ। ਅਸੀਂ ਪਹਿਲਾਂ ਕੀਤੀ +2 ਦੇ ਵਿੱਚ ਮੈਥੋਂ ਮੈਥ ਸੀਗਾ, ਮੇਰੇ ਕੋਲ ਮੈਥ ਨਹੀਂ ਸੀਗਾ, ਠੀਕ ਹੈ। ਤੇ ਉਸ ਤੋਂ ਬਾਅਦ ਅਸੀਂ ਆਲਸ ਕੀਤੀ। ਆਲਸ ਦੇ ਵਿੱਚ ਸਾਡੇ ਦੋਵਾਂ ਦੇ 6.5 ਬੈਂਡ ਸੀਗੇ। ਉਸ ਤੋਂ ਬਾਅਦ ਅਸੀਂ ਆਫਰ ਲੈਟਰ ਅਪਲਾਈ ਕੀਤੀ। ਆਫਰ ਲੈਟਰ ਜਿਹੜੀ ਅਸੀਂ ਅਪਲਾਈ ਕੀਤੀ ਸੀ ਉਹ ਸੀ ਕਿ ਜਨਰਲ ਸਟੱਡੀਜ਼ ਤੇ, ਜਿਹਦਾ ਕਿ ਹੁਣ ਨਾਮ ਚੇਂਜ ਹੋ ਗਿਆ ਹੋਇਆ ਜਨਰਲ ਆਰਟਸ ਐਂਡ ਸਾਇੰਸ, ਕਿ ਅਸੀਂ ਉਹਦੇ ਵਿੱਚ ਆਪਣੀ ਜਿਹੜੀ ਫਾਈਲ ਲਗਾਈ ਸੀ ਜਨਰਲ ਸਟੱਡੀਜ਼ ਦੇ ਵਿੱਚ, ਠੀਕ ਹੈ। ਤੇ ਉਸ ਤੋਂ ਬਾਅਦ ਅਸੀਂ ਆਫਰ ਲੈਟਰ ਅਪਲਾਈ ਕੀਤੀ। ਆਫਰ ਲੈਟਰ ਆਈ ਸਾਡੀ ਉਸ ਤੋਂ ਬਾਅਦ ਮਹੀਨਾ ਡੇਢ ਮਹੀਨੇ ਤੱਕ, ਠੀਕ ਹੈ। ਉਸ ਤੋਂ ਬਾਅਦ ਅਸੀਂ 1000 ਐਜ਼ ਸਿਕਿਉਰਿਟੀ ਫੀਸ ਤੁਸੀਂ ਆਪਣੀ ਸਬਮਿਟ ਕਰਾਉਣੀ ਹੁੰਦੀ ਆ। ਫਿਰ ਅਸੀਂ ਉਹ ਕਰਾਈ। ਫਿਰ ਉਸ ਤੋਂ ਬਾਅਦ ਸਾਡੀ ਕੀ ਆਈ, ਐਲਓਏ। ਫਿਰ ਉਸ ਤੋਂ ਬਾਅਦ ਹੈਗੀ ਲੈਟਰ ਆਫ ਅਸੈਪਟੈਂਸ। ਫਿਰ ਸਾਡੀ ਲੈਟਰ ਆਫ ਅਸੈਪਟੈਂਸ ਆਈ। ਲੈਟਰ ਆਫ ਅਸੈਪਟੈਂਸ ਤੋਂ ਬਾਅਦ ਸਾਡੀ ਉਹ ਤੋਂ ਬਾਅਦ ਫੀਸ ਜਮ੍ਹਾਂ ਡਿਪੋਜ਼ਿਟ ਕਰਵਾਈ ਕਿ ਉਹਦੇ ਵਿੱਚੋਂ ਮੋਸਟਲੀ ਸਾਡੀ ਟੋਟਲ ਫੀਸ ਸੀਗੀ 14,000 ਤੇ ਉਹਦੇ ਵਿੱਚੋਂ 1000 ਸਾਡਾ ਪਹਿਲਾਂ ਹੀ ਮਤਲਬ ਸਿਕਿਉਰਿਟੀ ਐਜ਼ ਅ ਸਿਕਿਉਰਿਟੀ ਚੱਲ ਗਿਆ ਸੀਗਾ। ਸੋ 13,000 ਮੁੜ ਕੇ ਜਮ੍ਹਾਂ ਕਰਾਈ। ਫਿਰ ਫੀਸ ਜਮ੍ਹਾਂ ਕਰਾਉਣ ਤੋਂ ਬਾਅਦ ਸਾਡਾ ਜਿੱਦਾਂ ਵੀ ਪ੍ਰੋਸੀਜਰ ਹੋਇਆ 6-7 ਮਹੀਨੇ 9 ਮਹੀਨੇ ਸਾਨੂੰ ਬਾਇਓਮੈਟ੍ਰਿਕ ਦੀ ਵੇਟ ਹੋਈ, ਉਹ ਸਾਰਾ ਵੱਖਰਾ ਪ੍ਰੋਸੀਜਰ ਅਸੀਂ ਇਹਦੇ ਵਿੱਚ ਕੋਰਸ ਪਰ ਦੱਸਾਂਗੇ। ਉਸ ਤੋਂ ਬਾਅਦ ਸਪਟੰਬਰ 'ਚ ਸਾਡੀ ਕਲਾਸਾਂ ਸ਼ੁਰੂ ਸੀਗੀਆਂ। ਸਾਡਾ ਕੁਝ ਵੀ ਨਹੀਂ ਆਇਆ ਸੀਗਾ, ਨਾ AAP ਨਾ PPR। ਤੇ ਸਾਨੂੰ ਉਹਨਾਂ ਨੇ ਆਪਸ਼ਨ ਦਿੱਤੀ ਕਾਲਜ ਵਾਲਿਆਂ ਨੇ ਕਿ ਜਾਂ ਤਾਂ ਤੁਸੀਂ ਆਨਲਾਈਨ ਕਲਾਸਾਂ ਲਗਾ ਲਓ ਜਾਂ ਡੈਫਰ ਕਰ ਲਓ ਜਾਂ ਫਿਰ ਰਿਫੰਡ ਲੈ ਲਓ। ਸੋ ਅਸੀਂ ਪ੍ਰੈਫਰ ਕੀਤਾ ਆਨਲਾਈਨ ਕਲਾਸਿਸ ਕਿ ਅਸੀਂ ਆਪਣਾ ਟਾਈਮ ਹੋਰ ਨਹੀਂ ਵੇਸਟ ਕਰਨਾ। ਅਸੀਂ ਸਾਡਾ ਹੋ ਗਿਆ 1 ਸਾਲ। ਸੋ ਉੱਦਾਂ ਮੇਰੀ ਬਾਂਹ ਬਹੁਤ ਜ਼ਿਆਦਾ ਥੱਕਦੀ ਪਈ ਸੀ। ਫਿਰ ਹੁਣ ਅਸੀਂ ਆਪਣਾ ਸਟੈਂਡ ਲਾ ਲਿਆ ਤੇ ਉਸ ਤੋਂ ਬਾਅਦ ਫਿਰ ਅਸੀਂ ਪ੍ਰੈਫਰ ਕੀਤਾ ਕਿ ਅਸੀਂ ਆਨਲਾਈਨ ਕਲਾਸਿਸ ਲਗਾਉਣੀਆਂ ਵਾ ਤੇ ਅਸੀਂ ਆਨਲਾਈਨ ਕਲਾਸਿਸ ਸ਼ੁਰੂ ਕੀਤੀਆਂ ਆਪਣੀਆਂ। ਪਹਿਲੇ ਸਮੈਸਟਰ ਅਸੀਂ 3 ਹੀ ਕੋਰਸ ਲਿੱਤੇ ਸੀਗੇ ਬਿਕੋਜ਼ ਸਾਨੂੰ ਕੋਈ ਆਈਡੀਆ ਨਹੀਂ ਸੀਗਾ। ਤੇ ਜੇ ਸਾਡਾ ਨਾ ਆਉਂਦਾ ਵੀਜ਼ਾ ਜੇ ਕੁਛ ਇੱਦਾਂ ਹੁੰਦਾ ਫਿਰ ਸਾਡੇ ਜਿਹੜੇ ਪੈਸੇ ਆ ਉਹ ਕੋਈ ਵੀ ਸਾਨੂੰ ਰਿਫੰਡ ਨਹੀਂ ਆਉਣੇ ਜਿੰਨੇ ਅਸੀਂ ਯੂਜ਼ ਕਰ ਲਏ, ਠੀਕ ਹੈ। ਤੇ ਫਿਰ ਅਸੀਂ ਉਹਦੇ 'ਚ 3 ਸਮੈਸਟਰ ਲਿੱਤੇ। ਉਸ ਤੋਂ ਬਾਅਦ ਅਸੀਂ ਲਿੱਤੇ ਨੈਕਸਟ ਦੇ ਵਿੱਚ 6 ਲਿੱਤੇ ਵਿੰਟਰ ਦੇ ਵਿੱਚ, 6 ਕੋਰਸ ਵਿੱਚ ਲਿੱਤੇ, ਠੀਕ ਹੈ। ਤੇ ਉਦੋਂ ਸਾਡਾ ਉਹਦੇ ਵਿੱਚ ਵਿੰਟਰ ਦੇ ਵਿੱਚ ਸਾਡਾ ਵੀਜ਼ਾ ਆ ਗਿਆ ਸੀਗਾ ਐਂਡ ਦੈਨ ਵਿੰਟਰ ਦੇ ਵਿੱਚ ਹੀ ਅਸੀਂ ਇੱਥੇ ਆ ਗਏ ਸੀਗੇ, ਠੀਕ ਹੈ। ਤੇ ਅਸੀਂ ਇੱਦਾਂ ਕੀਤਾ ਸੀਗਾ ਕਿ ਅਸੀਂ ਉੱਥੇ ਜਨਰਲ ਆਰਟਸ ਐਂਡ ਸਾਇੰਸ ਲਿੱਤਾ ਸੀਗਾ ਤੇ ਉਹਦੇ ਵਿੱਚ ਚੋਇਸ ਹੁੰਦੀ ਤੁਸੀਂ ਕੋਈ ਵੀ ਸਬਜੈਕਟ ਜਿਹੜਾ ਤੁਸੀਂ ਚੂਜ਼ ਕਰ ਸਕਦੇ ਹੋ। ਤੁਸੀਂ ਮਤਲਬ ਕਿ ਬਹੁਤ ਜ਼ਿਆਦਾ ਚੋਇਸ ਹੁੰਦੀ ਆ ਉਹਦੇ ਵਿੱਚ। ਤੇ ਅਸੀਂ ਲਿੱਤੇ ਸੀਗੇ ਬਿਜ਼ਨਸ ਦੇ ਸਾਰੇ ਸਬਜੈਕਟ ਬਿਕੋਜ਼ ਸਾਡੇ ਮਾਈਂਡ 'ਚ ਕਿਤੇ ਨਾ ਕਿਤੇ ਸੀਗਾ ਕਿ ਅਸੀਂ ਬਾਹਰ ਜਾ ਕੇ ਚੇਂਜ ਕਰਨਾ, ਬਿਜ਼ਨਸ ਐਡਮਿਨਿਸਟ੍ਰੇਸ਼ਨ ਚੇਂਜ ਕਰ ਲਵਾਂਗੇ। ਫਿਰ ਅਸੀਂ ਇੱਥੇ ਆਏ। ਇੱਥੇ ਅਸੀਂ ਆ ਕੇ ਪੁੱਛਿਆ ਕਿ ਤੁਹਾਡਾ ਕੀ ਪ੍ਰੋਸੀਜਰ ਹੈ ਸਾਰਾ ਚੇਂਜ ਕਰਨ ਦਾ। ਤੇ ਉਹਨਾਂ ਨੇ ਦੱਸਿਆ ਕਿ ਜੇ ਤਾਂ ਮੈਥਸ ਹੈਗਾ ਵਾ ਕੋਈ ਪ੍ਰੋਬਲਮ ਨਹੀਂ, ਤੁਸੀਂ ਇੱਕ ਫਾਰਮ ਫਿਲ ਕਰਨਾ ਐਂਡ ਦੈਨ ਤੁਸੀਂ ਚੇਂਜ ਕਰ ਸਕਦੇ ਹੋ। ਤੇ ਜੇ ਨਹੀਂ ਹੈਗਾ ਤਾਂ ਤੁਹਾਨੂੰ ਇੱਥੇ ਮੈਥ ਦਾ ਟੈਸਟ ਦੇਣਾ ਪਊਗਾ। ਸੋ ਉੱਥੇ ਮੈਂ ਇੱਕ ਟੈਸਟ ਹੋਇਆ ਹੈਗਾ ਸੈਲਫ ਅਕੂਪਲੇਸ ਅਸੈਸਮੈਂਟ ਟੈਸਟ, ਤੇ ਉਹਦੇ ਵਿੱਚ ਸਾਰੇ ਸਟੈਟਸ ਵਗੈਰਾ ਦੇ ਕੁਐਸਚਨਸ ਆਏ ਸੀਗੇ। ਤੇ ਉਹ ਜੇ ਕਲੀਅਰ ਹੋ ਜਾਂਦਾ ਫਿਰ ਤੁਹਾਡੇ ਉਹ ਕਨਵਰਟ ਕਰ ਦੂਗੇ ਸਾਰੇ। ਜੇ ਤੁਹਾਡਾ ਉਹ ਕਲੀਅਰ ਨਹੀਂ ਹੁੰਦਾ ਉਹਦੇ ਆਈ ਥਿੰਕ ਚਾਂਸ ਹੁੰਦੇ 2 ਜਾਂ 3 ਚਾਂਸ ਹੁੰਦੇ ਆ। ਪਰ ਪਹਿਲੇ 2 ਵਾਰੀ ਫ੍ਰੀ ਹੁੰਦਾ ਵਾ, ਤੀਜੇ ਤੁਹਾਨੂੰ ਥੋੜਾ ਤੁਸੀਂ ਆਈ ਥਿੰਕ ਪੇਮੈਂਟ ਕਰਨੀ ਹੁੰਦੀ, ਥੋੜੀ ਕਰਨੀ ਹੁੰਦੀ ਆਈ ਥਿੰਕ $20-30। ਪਰ ਇਦਾਂ ਵੀ ਆ ਕਿ ਜੇ ਇੱਕ ਵਾਰ ਨਹੀਂ ਆਉਂਦੇ ਤੇ ਫਿਰ ਉਸ ਤੋਂ ਬਾਅਦ ਤੁਸੀਂ ਜਿੱਦਾਂ 1 ਹਫ਼ਤੇ ਬਾਅਦ ਨਹੀਂ ਦੇ ਸਕਦੇ, 2 ਹਫ਼ਤੇ ਬਾਅਦ, ਫਿਰ ਦੂਜਾ ਨਹੀਂ ਕਲੀਅਰ ਹੋਇਆ ਫਿਰ 2 ਮਹੀਨੇ ਬਾਅਦ ਨਹੀਂ ਦੇ ਸਕਦੇ। ਇਦਾਂ ਦਾ ਕੋਈ ਪ੍ਰੋਸੀਜਰ ਆ ਦਾ, ਠੀਕ ਹੈ। ਸੋ ਪਹਿਲੀ ਬਹੁਤ ਸੌਖਾ ਹੁੰਦਾ, ਪਹਿਲੀ ਵਾਰੀ ਕਲੀਅਰ ਹੋ ਜਾਂਦਾ ਵਾ, ਠੀਕ ਹੈ। ਤੇ ਜਸ਼ਨ ਦਾ ਹੋ ਗਿਆ ਪਹਿਲੀ ਵਾਰੀ ਕਲੀਅਰ ਤੇ ਬਾਅਦ 'ਚੋਂ ਇਹਦਾ ਫਿਰ ਚੇਂਜ ਹੋ ਗਿਆ। ਇਹਨੇ ਫਿਰ ਫਾਰਮ ਭਰਿਆ ਫਿਰ ਇਹਦਾ ਚੇਂਜ ਹੋ ਗਿਆ, ਠੀਕ ਹੈ। ਫਿਰ ਅਸੀਂ ਆ ਗਏ ਬਿਜ਼ਨਸ ਐਡਮਿਨਿਸਟ੍ਰੇਸ਼ਨ ਜਨਰਲ ਮੇਜਰ, ਠੀਕ ਹੈ। ਤੇ ਫਿਰ ਅਸੀਂ ਜਨਰਲ ਮੇਜਰ ਕੀਤਾ ਆਪਣਾ। ਤੇ ਉਸ ਤੋਂ ਬਾਅਦ ਅਸੀਂ ਇੱਦਾਂ ਚੂਜ਼ ਕੀਤਾ, ਤੁਹਾਨੂੰ ਹੁਣੇ ਦੱਸਿਆ ਕਿ ਅਸੀਂ ਬਿਜ਼ਨਸ ਸਬਜੈਕਟ ਲਿੱਤੇ ਸੀਗੇ। ਇੱਥੇ ਇੱਦਾਂ ਕੀ ਹੁੰਦਾ ਵਾ ਹਰ ਕੋਰਸ ਦੇ ਕੀ ਹੁੰਦੇ ਕ੍ਰੈਡਿਟਸ ਹੁੰਦੇ ਆ। ਤੇ ਅਸੀਂ ਇੱਦਾਂ ਚੂਜ਼ ਕੀਤਾ ਸੀਗਾ ਸਾਡੇ ਜਿਹੜੇ ਕ੍ਰੈਡਿਟਸ ਆ ਉਹ ਸਾਰੇ ਟ੍ਰਾਂਸਫਰ ਹੋ ਜਾਣੇ। ਤੇ ਕ੍ਰੈਡਿਟ ਟ੍ਰਾਂਸਫਰ ਹੋ ਜਾਂਦੇ। ਤੁਸੀਂ ਸਿਮਿਲਰ ਸਟੱਡੀ ਕੋਈ ਲੈ ਰਹੇ ਹੋ ਬਾਅਦ ਚੋਂ ਤੁਹਾਡੇ ਜਿਹੜੇ ਕ੍ਰੈਡਿਟਸ ਆ ਪਿਛਲੇ ਦੇ ਟ੍ਰਾਂਸਫਰ ਹੋ ਜਾਊਗਾ, ਤੁਹਾਡੀ ਉਹ ਕੋਰਸ ਕੀਤਾ ਜਿਹੜਾ ਵਾ ਵੇਸਟ ਨਹੀਂ ਜਾਊਗਾ। ਸੋ ਜਿਹੜੇ ਸਾਡੇ ਪਿਛਲੇ 9 ਕੋਰਸ ਕੀਤੇ ਸੀ ਸਾਡੇ ਉਹ ਸਾਰੇ ਕ੍ਰੈਡਿਟ ਜਿਹੜੇ ਆ ਉਹ ਬਿਜ਼ਨਸ ਦੇ ਵਿੱਚ ਸਾਰੇ ਟ੍ਰਾਂਸਫਰ ਹੋ ਗਏ, ਠੀਕ ਹੈ। ਤੇ ਟ੍ਰਾਂਸਫਰ ਹੋ ਗਏ। ਉਸ ਤੋਂ ਬਾਅਦ ਅਸੀਂ ਅਗਲੇ ਲਿੱਤੇ। ਹੁਣ ਅਸੀਂ 6 ਕੋਰਸ ਲੈ ਰਹੇ ਹਾਂ ਸਪਟੰਬਰ ਦੇ ਵਿੱਚ। 6 ਸਾਡੇ ਹੋ ਜੂਗੇ ਨੈਕਸਟ ਵਿੰਟਰ ਦੇ ਵਿੱਚ ਐਂਡ ਦੈਨ ਪ੍ਰੋਬੇਬਲੀ ਕਲੀਅਰ ਹੋ ਜੂਗੀ ਸਾਡੀ ਸਟੱਡੀ, ਠੀਕ ਹੈ। ਫਿਰ ਸਾਡੀ ਸਟੱਡੀ ਡਨ ਆ। ਉਸ ਤੋਂ ਬਾਅਦ ਕਈਆਂ ਦੀ ਕੁਐਰੀ ਸੀਗੀ ਕਿ ਸਕਾਲਰਸ਼ਿਪ, ਤੇ ਅਸੀਂ ਸਕਾਲਰਸ਼ਿਪ ਨਹੀਂ ਲਿੱਤੀ ਆ। ਤੁਸੀਂ ਅਪਲਾਈ ਕਰ ਸਕਦੇ ਹੋ, ਪਹਿਲਾਂ ਅਪਲਾਈ ਕਰਨੀ ਪੈਂਦੀ। ਜੇ ਤੁਸੀਂ ਸੋਚਦੇ ਹੋ ਤੁਸੀਂ ਐਲੀਜੀਬਲ ਹੋ ਤੁਸੀਂ ਪਹਿਲਾਂ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਹੋ ਐਂਡ ਅਪਲਾਈ ਕਰਕੇ ਤੁਸੀਂ ਸਕਾਲਰਸ਼ਿਪ ਲੈ ਸਕਦੇ ਹੋ। ਤੋ ਇਸ ਤੋਂ ਬਾਅਦ ਆਪਾਂ ਬੁੱਕਸ ਦੀ ਗੱਲ ਕਰਦੇ ਹਾਂ ਕਿ ਜਦੋਂ ਆਪਾਂ ਫੀਸ ਡਿਪੋਜ਼ਿਟ ਕਰਵਾਈ ਦੀ ਆ ਉੱਥੇ ਬੁੱਕਸ ਦੀ ਕਾਸਟ ਵੀ ਹੁੰਦੀ ਆ ਕਿ 1500 ਸਮਥਿੰਗ ਹੁੰਦੀ ਆ
ਕਿ ਜੇ ਤੁਸੀਂ ਉਦੋਂ ਹੀ ਪੇ ਕਰਨਾ ਚਾਹੁੰਦੇ ਆ ਤਾਂ ਕਰ ਦਿਓ, ਪਰ ਉਹਦੀ ਉੱਥੇ ਲੋੜ ਨਹੀਂ ਹੁੰਦੀ, ਕਿਉਂਕਿ ਆਪਾਂ ਨੂੰ ਇਹ ਨਹੀਂ ਪਤਾ ਕਿ ਪ੍ਰੋਫੈਸਰ ਨੇ ਕਿਹੜੀ ਬੁੱਕ ਰეკਮੈਂਡ ਕਰਨੀ ਆ, ਕਿਹੜੀ ਲੈਣੀ ਆ, ਕਿਹੜੀ ਨਹੀਂ ਲੈਣੀ, ਕਿਉਂਕਿ ਮੋਸਟਲੀ ਜਿਹੜੇ ਹੁੰਦੇ ਆ ਪ੍ਰੋਫੈਸਰ ਉਹ ਬੁੱਕਸ Books ਨਹੀਂ ਦਿੰਦੇ, ਉਹ recommend ਨਹੀਂ ਨੋਟਸ ਕਰਦੇ। ਦੇ ਨਾਲ ਹੀ ਪੜ੍ਹਾ ਦਿੰਦੇ ਆ। ਜਿੱਦਾਂ ਸਟੈਟਸ ਵਗੈਰਾ ਦੀ ਗੱਲ ਕਰੀਏ, ਬੁੱਕਸ ਦੀ ਲੋੜ ਪੈਂਦੀ ਆ ਪਰ ਬਹੁਤ ਘੱਟ ਪੈਂਦੀ ਆ, ਬਾਕੀ ਸਾਰੇ ਉਹ ਨੋਟਸ ਆਪ ਹੀ ਦੇ ਦਿੰਦੇ ਆ। ਸੋ ਉਹ ਫੀਸ ਤੁਹਾਨੂੰ ਉੱਥੇ ਡਿਪੋਜ਼ਿਟ ਕਰਵਾਉਣ ਦੀ ਲੋੜ ਨਹੀਂਗੀ, ਕਿਉਂਕਿ ਬਾਅਦ ਜਦੋਂ ਨਾਲ ਦੇ ਨਾਲ ਜਦੋਂ ਤੁਸੀਂ ਕੋਰਸ ਲਓਗੇ ਉਹਦੇ ਨਾਲ ਹੀ ਤੁਸੀਂ ਫੀਸ ਪੇ ਕਰ ਸਕਦੇ ਹੋ ਜੇ ਤੁਹਾਨੂੰ ਬੁੱਕਸ ਦੀ ਲੋੜ ਆ। ਸੋ ਠੀਕ ਆ, ਬੁੱਕਸ ਦਾ ਹੋ ਗਿਆ ਕਿ ਫੀਸ ਜਿਹੜੀ ਆ ਉਹ ਸਾਡੀ 13,000 ਜਿਹੜੀ ਬਾਅਦ 'ਚ ਹੋਈ ਸੀ, 1000 ਪਹਿਲਾਂ ਹੋਈ ਸੀ, 14,000 ਹੋ ਗਈ ਟੋਟਲ ਫੀਸ। ਤੇ ਇਹ ਹਰ ਸਾਲ ਥੋੜ੍ਹੀ ਬਹੁਤੀ ਵੱਧਦੀ ਘਟਦੀ ਰਹਿੰਦੀ ਆ। ਸੋ ਵੱਧਦੀ ਅਫਕੋਰਸ, ਘਟਦੀ ਤਾਂ ਨਹੀਂ। ਸੋ ਇਹ ਵੱਧਦੀ ਰਹਿੰਦੀ ਆ। ਸੋ ਤੁਸੀਂ ਆਪਣੇ ਆਉਣ ਲੱਗੇ ਦੇਖ ਲਓ, ਥੋੜ੍ਹਾ ਬਹੁਤਾ ਵੱਧ ਜਾਂਦਾ ਹੁੰਦਾ, $500 ਜਾਂ $1, ਠੀਕ ਹੈ। ਤੇ ਇਹੀ ਸੀਗੀ। ਤੇ ਹਰ ਕੋਰਸ ਦੀ ਇੱਥੇ ਫੀਸ ਹੁੰਦੀ ਹੈ, ਤੁਹਾਡੀ ਕੋਰਸ ਵਾਈਜ਼ ਫੀਸ ਜਾਊਗੀ। ਸਟਾਰਟਿੰਗ ਤੁਹਾਨੂੰ ਇੰਨੀ ਫੀਸ ਜਮ੍ਹਾਂ ਕਰਾਉਣੀ ਪਊਗੀ, ਬਟ ਇੱਥੇ ਅਗਰ ਤੁਸੀਂ ਜਿੰਨੇ ਕੋਰਸ ਲੈਣੇ ਹੋ ਤੁਹਾਨੂੰ ਉਹਦੇ ਅਕੋਰਡਿੰਗ ਫੀਸ ਜਮ੍ਹਾਂ ਕਰਾਉਣੀ ਪੈਂਦੀ ਆ। ਹੁਣ ਜਿਹਨੇ ਇੱਥੇ 4 ਕੋਰਸ ਲੈਣੇ ਆ ਉਹਦੇ 4 ਕੋਰਸ ਦੇ ਹਿਸਾਬ ਨਾਲ ਹੁੰਦੀ ਆ, ਜਿੱਦਾਂ ਇੱਕ ਕੋਰਸ ਦੀ ਅਰਾਊਂਡ 1000-1500 ਤੱਕ ਦੀ ਹੋ ਜਾਂਦੀ ਹੈ, ਠੀਕ ਹੈ। ਸੋ ਇੱਦਾਂ ਕੋਰਸ ਵਾਈਜ਼ ਫੀਸ ਹੁੰਦੀ ਹੈ ਇੱਥੇ, ਠੀਕ ਆ। ਤੇ ਉਸ ਤੋਂ ਬਾਅਦ ਇਹ ਸੀਗਾ ਸਾਰਾ ਸਾਡਾ ਪ੍ਰੋਸੀਜਰ ਕਿ ਅਸੀਂ ਜਨਰਲ ਆਰਟਸ ਐਂਡ ਸਾਇੰਸ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੇ ਵਿੱਚ ਆਏ ਹਾਂ। ਤੇ ਕਿੱਦਾਂ ਸਾਡੀ ਫੀਸ ਰਹੀ, ਫੀਸ ਸਾਡੇ ਦੋਵਾਂ ਪਾਸੇ ਸੇਮ ਸੀ। ਤੁਹਾਨੂੰ ਦੱਸਿਆ ਕੋਰਸ ਵਾਈਜ਼ ਆ, ਤੇ ਸਾਡੇ ਕੋਰਸ ਸਾਰੇ ਟ੍ਰਾਂਸਫਰ ਹੋ ਗਏ। ਸੋ ਸਾਨੂੰ ਫੀਸ ਜਿਹੜੀ ਐਕਸਟਰਾ ਦੇਣ ਦੀ ਲੋੜ ਨਹੀਂ ਪਈ, ਠੀਕ ਹੈ। ਤੇ ਇਹ ਸਾਰਾ ਸੀਗਾ ਸਟਾਰਟਿੰਗ ਦੇ ਵਿੱਚ ਪ੍ਰੋਸੀਜਰ ਕਿ ਕਿੱਦਾਂ ਸਾਡਾ ਰਿਹਾ। ਹੁਣ ਤੁਹਾਨੂੰ ਦੱਸਦੇ ਹਾਂ ਬਿਜ਼ਨਸ ਐਡਮਿਨਿਸਟ੍ਰੇਸ਼ਨ 'ਚ ਤੁਸੀਂ ਕਿੱਦਾਂ ਐਡਮਿਸ਼ਨ ਲੈ ਸਕਦੇ ਹੋ। ਜਨਰਲ ਆਰਟਸ ਐਂਡ ਸਾਇੰਸ ਦਾ ਵੀ ਸੇਮ ਹੀ ਆ, ਬਿਜ਼ਨਸ ਐਡਮਿਨਿਸਟ੍ਰੇਸ਼ਨ ਦਾ ਵੀ ਸੇਮ ਹੀ ਆ। ਸੋ ਉਸ ਤੋਂ ਬਾਅਦ ਅਸੀਂ ਗੱਲ ਕਰੀਏ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੇ ਵਿੱਚ ਕਿ ਡਿਪਲੋਮਾ ਹੈ ਕੀ ਹੈ, ਕਿੱਦਾਂ ਵਾ, ਠੀਕ ਹੈ। ਅਤੇ ਲੈਫਟ ਕਾਲਜ ਤੁਸੀਂ ਕਿੱਦਾਂ ਅਪਲਾਈ ਕਰ ਸਕਦੇ ਹੋ ਇਹਨੂੰ। ਸੋ ਸਾਰਿਆਂ ਤੋਂ ਪਹਿਲਾਂ ਇਹ 2 ਇਅਰਸ ਦਾ ਡਿਪਲੋਮਾ ਵਾ, ਠੀਕ ਹੈ। ਅਤੇ ਇਹਦੇ ਵਿੱਚ ਤੁਸੀਂ 20 ਜਾਂ 21 ਕੋਰਸਿਸ ਜਿਹੜੇ ਆ ਉਹ ਕੰਪਲੀਟ ਕਰਨੇ ਹੁੰਦੇ ਆ। ਤੇ ਇਹ ਸਿਰਫ 2 ਇਨਟੇਕ ਦੇ ਵਿੱਚ ਲੱਗਦਾ ਹੈ, ਇੱਕ ਜਨਵਰੀ ਤੇ ਇੱਕ ਹੈਗਾ ਸਪਟੰਬਰ, ਵਿਚ ਮੀਨਸ ਵਿੰਟਰ ਐਂਡ ਫਾਲ ਦੇ ਵਿੱਚ। ਤੇ ਸਪਰਿੰਗ ਦੇ ਵਿੱਚ ਇਹ ਡ੍ਰੌਪ 'ਤੇ ਹੀ ਹੁੰਦਾ ਆ। ਸਪਰਿੰਗ ਦੇ ਵਿੱਚ ਤੁਹਾਨੂੰ ਇਹ ਨਹੀਂ ਮਿਲੂਗਾ ਜੇ ਤੁਸੀਂ ਐਜ਼ ਇੰਟਰਨੈਸ਼ਨਲ ਸਟੂਡੈਂਟ ਆਉਣਾ ਵਾ, ਠੀਕ ਹੈ। ਅਤੇ ਇਹ ਸਿਰਫ ਤੁਹਾਨੂੰ ਮਿਲੂਗਾ ਸਪਟੰਬਰ ਦੇ ਵਿੱਚ ਜਾਂ ਜਨਵਰੀ ਦੇ ਵਿੱਚ। ਇਹ ਜਿਹੜਾ ਹੁਣ ਨੈਕਸਟ ਵਿੰਟਰ ਆ ਰਿਹਾ ਵਾ, ਹੁਣ ਇਹਦੀ ਜਿਹੜੀ ਐਡਮਿਸ਼ਨ ਆ ਉਹ ਬੰਦ ਹੋ ਗਈ ਹੋਈ ਆ। ਇਹ ਖੁੱਲ੍ਹੀ ਸੀਗੀ ਫੈਬ ਦੇ ਵਿੱਚ ਖੁੱਲ੍ਹੀ ਸੀਗੀ, ਅਤੇ ਅਕਤੂਬਰ 'ਚ ਇਹਦੀ ਲਾਸਟ ਤਰੀਕ ਸੀ 1 ਅਕਤੂਬਰ ਨੂੰ ਐਡਮਿਸ਼ਨ ਲੈਣ ਲਈ। ਸੋ ਹੁਣ ਇਹ ਬੰਦ ਹੋ ਗਈ ਹੋਈ, ਤੁਸੀਂ ਵਿੰਟਰ 'ਚ ਨਹੀਂ ਲੈ ਸਕਦੇ, ਤੁਹਾਨੂੰ ਨੈਕਸਟ ਸਪਟੰਬਰ 'ਚ। ਤੇ ਜੇ ਤੁਸੀਂ ਫਾਲ ਦੀ ਲੈਣੀ ਆ ਤੇ ਉਹ ਖੁੱਲੀ ਆ 10 ਅਕਤੂਬਰ ਤੋਂ ਲੈ ਕੇ ਤੇ 6 ਸਪਟੰਬਰ ਤੱਕ ਖੁੱਲੀਆਂ ਆ। 6 ਸਪਟੰਬਰ 2022 ਤੱਕ ਕਿ ਤੁਸੀਂ ਉਹਦੇ ਅਕੋਰਡਿੰਗ ਤੁਸੀਂ ਲੈ ਸਕਦੇ ਹੋ ਆਪਦੀ ਐਡਮਿਸ਼ਨ ਫਾਲ ਦੇ ਵਿੱਚ। ਸੋ ਬਾਕੀ ਮੈਥਸ ਰਿਕੁਆਇਰਮੈਂਟ ਆ, ਜੇ ਤੁਹਾਡੇ ਕੋਲ ਮੈਥਸ ਹੈਗਾ ਵਾ ਤੇ ਤੁਸੀਂ ਉੱਦਾਂ ਕਰ ਸਕਦੇ ਹੋ, ਜਿੱਦਾਂ ਸਿੰਪਲ ਐਡਮਿਸ਼ਨ ਲੈ ਸਕਦੇ ਹੋ। ਤੁਹਾਡੇ ਕੋਲ ਮੈਥਸ ਨਹੀਂ ਆ ਤੇ ਸਾਡੇ ਵਾਂਗੂ ਕਰ ਸਕਦੇ ਹੋ। ਫਿਰ ਤੁਸੀਂ ਟੈਸਟ ਦੇ ਕੇ ਵੀ ਕਰ ਸਕਦੇ ਹੋ। Yeah. ਜ਼ਰੂਰੀ ਨਹੀਂ ਹੈ ਕਿ ਇੱਥੇ ਕੈਨੇਡਾ ਦੇ ਵਿੱਚ ਆਣ ਕੇ, ਇਹ ਇੰਡੀਆ ਦੇ ਵਿੱਚ ਵੀ ਆਪਸ਼ਨ ਮਿਲ ਜਾਂਦੀ ਹੈ ਕਿ ਜਿੱਦਾਂ ਮੈਨੂੰ ਆਖਿਆ ਹੈਗਾ ਕਿ ਜੇ ਤੁਸੀਂ ਕਿਸੇ ਯੂਨੀਵਰਸਿਟੀ ਦੇ ਅੰਡਰ ਜਾਂ ਕੋਈ ਇਮੀਗ੍ਰੇਸ਼ਨ ਆਫਿਸ ਦੇ ਅੰਡਰ ਤੁਸੀਂ ਕਰਨਾ ਚਾਹੁੰਦੇ ਆ ਕਿ ਉੱਥੇ ਟੈਸਟ ਦੇ ਸਕਦੇ। ਪਰ ਉੱਥੇ ਆਪਾਂ ਕਹਿੰਦੇ ਆ ਕਿ ਵੀਜ਼ੇ 'ਤੇ ਨਾ ਕੋਈ ਰਿਸਕ ਵਗੈਰਾ ਪਵੇ। ਸੋ ਇਹ ਸੋ ਤੁਸੀਂ ਬਿਜ਼ਨਸ 'ਚ ਐਡਮਿਸ਼ਨ ਲੈਣਾ ਚਾਹੁੰਦੇ ਹੋ, ਤੁਹਾਨੂੰ ਉੱਥੇ ਨਹੀਂ ਮਿਲ ਰਹੀ, ਤੁਸੀਂ ਜਨਰਲ 'ਚ ਲੈ ਸਕਦੇ ਹੋ। ਇੱਥੇ ਆ ਕੇ ਤੁਸੀਂ ਕਰ ਸਕਦੇ ਹੋ ਜੇ ਤੁਸੀਂ ਐਲੀਜੀਬਲ ਹੋ। ਉਹ ਵੀ ਤੁਹਾਨੂੰ ਚੈੱਕ ਕਰਨਾ ਪੈਣਾ ਤੁਸੀਂ ਐਲੀਜੀਬਲ ਹੋ ਜਾਂ ਨਹੀਂ। ਇਹਨਾਂ ਤੁਸੀਂ ਐਲੀਜੀਬਲ ਨਾ ਹੋ ਤੁਸੀਂ ਵਾਰ ਸਾਨੂੰ ਕਹੋ ਕਿ ਤੁਸੀਂ ਤਾਂ ਕਿਹਾ ਸੀ। ਸੋ ਤੁਹਾਡੀ ਆਪਣੀ ਐਲੀਜੀਬਿਲਟੀ ਹੈ ਤੇ ਆ ਤੁਸੀਂ ਕੀ ਕੀਤਾ ਹੋਇਆ ਪਹਿਲਾਂ ਉਹਦੇ ਅਕੋਰਡਿੰਗ, ਠੀਕ ਹੈ। ਸੋ ਉਸ ਤੋਂ ਬਾਅਦ ਨੈਕਸਟ ਪੁਆਇੰਟ ਆਉਂਦਾ ਵਾ ਕਰੀਅਰ ਆਪਸ਼ਨਸ ਬਿਜ਼ਨਸ ਐਡਮਿਨਿਸਟ੍ਰੇਸ਼ਨ, ਜਦੋਂ ਮੈਂ ਸਕਰੀਨਸ਼ਾਟ ਨਾਲ ਐਡ ਕਰ ਦੂੰਗੀ। ਕਾਲਜ ਵਾਲਿਆਂ ਨੇ ਪਾਇਆ ਹੋਇਆ ਬਹੁਤ ਕਰੀਅਰ ਆਪਸ਼ਨਸ ਹੈ ਇਹਦੇ ਵਿੱਚ, ਠੀਕ ਹੈ। ਅਤੇ ਇਹਦੇ ਵਿੱਚ ਜਿਹੜੇ ਆ 3 ਮੇਜਰਸ ਹੁੰਦੇ ਆ, ਉਹਦਾ 4 ਹੁੰਦੇ ਆ, ਬਟ ਮਾਰਕੀਟਿੰਗ ਜਿਹੜਾ ਵਾ ਉਹ ਬੰਦ ਆ। ਅਤੇ 3 ਮੇਜਰ ਹੁੰਦੇ ਆ, 3 ਹੈਗੇ, ਇੱਕ ਜਨਰਲ, ਮੈਨੇਜਮੈਂਟ, ਮਾਰਕੀਟਿੰਗ ਤੇ ਅਕਾਊਂਟਿੰਗ। ਮਾਰਕੀਟਿੰਗ ਜਿਹੜਾ ਬੰਦ ਆ। ਸੋ ਇਹ 3 ਮੇਜਰ ਆ ਜਿਹੜੇ ਇਸ ਟਾਈਮ। ਸੋ ਬਸ ਇਹ ਸੀਗੇ ਕਿ ਇਹਦੇ 3 ਮੇਜਰ ਹੈਗੇ ਜਿਹੜੇ ਇਸ ਟਾਈਮ ਅਵੇਲੇਬਲ ਹੈਗੇ, ਤੁਸੀਂ ਲੈ ਸਕਦੇ ਹੋ ਐਡਮਿਸ਼ਨ ਜਿਹਦੇ ਤੁਸੀਂ ਐਲੀਜੀਬਲ ਹੋ। ਸਾਡਾ ਜਿਹੜਾ ਵਾ ਜਨਰਲ ਮੇਜਰ ਆ, ਸੋ ਇਹ ਮੈਨੇਜਮੈਂਟ ਹੁੰਦਾ ਤੇ ਅਕਾਊਂਟਿੰਗ ਆ। ਜਿੰਨੇ ਮਾਰਕੀਟਿੰਗ ਲੈਣਾ ਆ ਉਹ ਵੀ 2022 ਤੋਂ ਬਾਅਦ ਮਿਲ ਜੂਗਾ, ਬਟ ਹਲੇ ਨਹੀਂ ਮਿਲੂਗਾ। ਸੋ ਇਹ ਸੀਗੇ ਸਾਰੇ ਮੇਜਰ ਤੁਹਾਨੂੰ ਲੋੜ ਪੈਂਦੀ ਮੇਨਲੀ ਸੈਕਿੰਡ ਸਮੈਸਟਰ। ਫਸਟ ਵਾਲੇ ਸਾਰੇ ਸੇਮ ਹੁੰਦੇ ਆ ਮੇਜਰਸ ਤੇ, ਬਟ ਸੈਕਿੰਡ ਦੇ ਵਿੱਚ ਚੇਂਜ ਹੋ ਜਾਂਦੇ ਆ ਕੋਰਸ, ਠੀਕ ਹੈ। ਤਾਂ ਉਸ ਤੋਂ ਬਾਅਦ ਗੱਲ ਆਉਂਦੀ ਕਲਾਸਿਸ ਦੀ। ਕਲਾਸਿਸ ਸਾਡੇ ਕੋਰਸਿਸ 'ਤੇ ਡਿਪੈਂਡ ਕਰਦੇ, ਤੁਹਾਡੇ ਕੋਲ ਕਿੰਨੇ ਕੋਰਸ ਆ, ਠੀਕ ਆ। ਤੁਹਾਡੇ ਕਿਹੜਾ ਟਾਈਮ ਸ਼ਡਿਊਲ ਆ। ਹੁਣ ਸਾਡੀ ਜਿਹੜੀਆਂ ਵਾ 5 ਦਿਨ ਹੁੰਦੀਆਂ ਵਾ। 5ਵੇਂ ਦਿਨ ਫਰਾਈਡੇ ਨੂੰ ਸਾਡੇ ਇੱਕੋ ਕਲਾਸ ਹੁੰਦੀ ਆ। ਹੁਣ ਸਾਡੇ ਨਾਲ ਜਿਹੜੇ ਫਰੈਂਡਸ ਹੁੰਦੇ ਉਹਨਾਂ ਦੀ 3 ਦਿਨ ਹੁੰਦੀਆਂ ਵਾ। ਉਹਨਾਂ ਕੋਲ ਕੋਰਸ 5 ਵਾ, ਸਾਡੇ ਕੋਲ 6 ਵਾ। ਸੋ ਡਿਪੈਂਡ ਕਰਦਾ ਤੁਹਾਡੇ ਕੋਰਸਿਸ ਦੇ ਅਕੋਰਡਿੰਗ। ਅਤੇ ਬਾਕੀ ਜੇ ਅਟੈਂਡੈਂਸ ਦੀ ਗੱਲ ਕਰੀਏ ਉਹ ਵੀ ਪ੍ਰੋਫੈਸਰ 'ਤੇ ਡਿਪੈਂਡ ਕਰਦਾ ਆ ਕਿ ਜੇ ਉਹਨਾਂ ਨੂੰ ਅਟੈਂਡੈਂਸ ਕੰਪਲਸਰੀ ਆ ਫਿਰ ਤਾਂ ਅਫਕੋਰਸ ਆਪਾਂ ਨੂੰ ਅਟੈਂਡੈਂਸ ਪੂਰੀ ਕਰਨੀ ਪਏਗੀ। ਪਰ ਸਾਡੀ ਕਿਸੇ ਵੀ ਕੋਈ ਵੀ ਕੋਰਸ ਦੀ ਸਾਡੀ ਹੈ ਨਹੀਂ ਅਟੈਂਡੈਂਸ ਕੰਪਲਸਰੀ, ਬਟ ਸਟਿਲ ਅਸੀਂ ਕਲਾਸਿਸ ਲਗਾਉਂਦੇ ਹਾਂ ਬਿਕੋਜ਼ ਸਮਝ ਆ ਜਾਂਦਾ ਵਾ। ਕਿਉਂਕਿ ਇੱਕ ਵੀ ਜੇ ਟੌਪਿਕ ਮਿਸ ਹੋ ਗਿਆ ਬਾਅਦ 'ਚੋਂ ਅੱਗੇ ਫਿਰ ਕਿੱਥੋਂ ਪੜ੍ਹਨਾ ਆ।
ਸੋ ਕਿਉਂਕਿ ਇੱਥੇ ਇਦਾਂ ਹੁੰਦਾ ਜਿੱਦਾਂ ਕਲਾਸ ਜਿਹੜੀ ਐਗਜ਼ਾਮਪਲ ਦਿੱਤੀ ਨਾ ਉਹੀ ਐਗਜ਼ਾਮਪਲ ਨਾਲ ਤੁਹਾਨੂੰ ਪੇਪਰ ਦੇ ਵਿੱਚ ਉਹਨਾਂ ਨੇ ਕੁਐਸਚਨ ਪਾ ਦੇਣਾ ਵਾ ਕਿ ਕਲਾਸ 'ਚ ਐਗਜ਼ਾਮਪਲ ਦਿੱਤੀ ਸੀਗੀ ਇਹਦੇ ਅਕੋਰਡਿੰਗ ਇਹ ਵਾਲਾ ਆਨਸਰ ਕੀ ਹੋਊਗਾ। ਸੋ ਕਈ ਵਾਰੀ ਇਦਾਂ ਹੋ ਜਾਂਦਾ, ਠੀਕ ਹੈ। ਸੋ ਕਲਾਸਿਸ ਲਗਾਉਣੀ ਪ੍ਰੈਫਰ ਆ ਕਰਾਂਗੇ ਅਸੀਂ, ਤੇ ਬਾਕੀ ਆਪਣੀ ਆਪਣੀ ਮਰਜ਼ੀ ਹੁੰਦੀ ਆ ਤੇ ਅਟੈਂਡੈਂਸ ਦਾ ਹਿਸਾਬ ਇਦਾਂ ਹੁੰਦਾ। ਸੋ ਬਸ ਇਹ ਸੀਗਾ ਸਾਰਾ ਕੁਝ ਸਾਡੇ ਕੋਰਸ ਬਾਰੇ, ਇਸ ਤੋਂ ਇਲਾਵਾ ਕੁਝ ਨਹੀਂ ਆ। ਅੱਜ ਪਰ ਤੁਹਾਡਾ ਜੇ ਕੋਈ ਫਿਰ ਵੀ ਕੋਈ ਕੁਐਰੀ ਹੋਈ ਤਾਂ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ Yeah. ਤੇ ਅਸੀਂ ਉਹ ਸੋ ਪੂਰੀ ਅਸੀਂ clear ਉਹ ਕਲੀਅਰ ਕਰ ਦੇਵਾਂਗੇ। ਤੇ ਬਸ ਇਸ ਵੀਡੀਓ ਲਈ ਇੰਨਾ ਹੀ ਸੀ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਲਾਈਕ ਕਮੈਂਟ ਸ਼ੇਅਰ share. ਜ਼ਰੂਰ ਕਰਿਓ। ਸੋ ਹੁਣ ਲਈ ਬਾਏ ਬਾਏ, ਸੀ ਯੂ, ਟੇਕ ਕੇਅਰ। ਠੀਕ ਹੈ, ਬਾਏ।